ਜੇਕਰ ਇਹ ਕਾਨੂੰਨ ਲਾਗੂ ਹੋ ਜਾਂਦੇ ਨੇ ਤਾਂ ਪੰਜਾਬ ਦੀ ਹਾਲਤ ਵੀ ਇਹ ਰਹੂਗੀ। ਤੇ ਅੱਜ ਅਸੀਂ ਧਨੜੀ ਜੱਟਾਂ ਟੋਲ ਪਲਾਜ਼ੇ ਦੇ ਮੌਜੂਦ ਹਾਂ, ਗੱਲਬਾਤ ਕਰਦੇ ਹਾਂ ਕਿਸਾਨਾਂ ਦੇ ਨਾਲ। ਇਹਨਾਂ ਜਾਣਦੇ ਹਾਂ ਕਿ 26 ਜਨਵਰੀ ਦੇ ਪ੍ਰੋਗਰਾਮ ਤੋਂ ਬਾਅਦ ਸਰਕਾਰ ਦਾ ਇਹ ਕਹਿਣਾ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ, ਇਹ ਕਿੱਥੇ ਰੱਖਦੇ ਕਿ ਦੇਖਦੇ ਨੇ। ਬਜ਼ੁਰਗੋ, ਸਰਕਾਰ ਦਾ ਹੁਣ ਕਹਿਣਾ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ, ਤੁਸੀਂ ਇਹਨੂੰ ਕੀ ਇਸ 'ਤੇ ਵਿਚਾਰ ਰੱਖਦੇ ਹੋ ਕਿ ਸਰਕਾਰ ਹੱਲ ਤਾਂ ਨਹੀਂ ਕਰਦੀ ਪਰ ਗੱਲਬਾਤ ਲਈ ਸਰਕਾਰ ਬੁਲਾ ਲੈਂਦੀ ਹੈ? ਤਾਂ ਇਹ ਕਾਲੇ ਕਾਨੂੰਨ ਜਿਹੜੇ ਖਤਮ ਸਾਨੂੰ ਸਰਕਾਰ ਸਗੋਂ ਨਾ ਸਾਨੂੰ ਬਹੁਤ ਹੀ ਗੁੰਮਰਾਹ ਕਰ ਰਹੀ ਹੈ। ਸਾਨੂੰ ਘੜੀ ਮੀਟਿੰਗਾਂ ਕਰ ਕਰਕੇ ਸਾਨੂੰ ਸੱਦ ਕੇ ਸਾਡਾ ਜਿਹੜਾ ਕੋਈ ਮੀਟਿੰਗ ਦਾ ਕੋਈ ਰਿਜ਼ਲਟ ਨਹੀਂ ਨਿਕਲਦਾ। ਬਾਅਦ ਤੋਮਰ ਸਾਹਿਬ ਨੇ ਜੇ ਕਿਹਾ ਵੀ ਜਦੋਂ ਅਖੀਰਲੀ ਮੀਟਿੰਗ 11ਵੀਂ ਚੱਲੀ ਉਦੋਂ ਤੋਮਰ ਸਾਹਿਬ ਨੇ ਕਿਹਾ ਕਿ ਸਾਡੇ ਕੋਲ ਤਾਂ ਆਹ ਕੁਛ ਹੀ ਹੈ, ਅਸੀਂ ਕਾਨੂੰਨ ਜਿਹੜਾ ਤੁਹਾਨੂੰ ਇਹਦੇ 'ਚ ਕੁਝ ਸੁਧਾਰ ਕਰ ਸਕਦੇ ਹਾਂ ਲੇਕਿਨ ਅਸੀਂ ਉਹ ਰੱਦ ਨਹੀਂ ਕਰ ਸਕਦੇ। ਇਹੀ ਸਾਡਾ ਵਾਅਦਾ ਇਹ ਬੀਜੇਪੀ ਸਰਕਾਰ ਸਾਡੇ ਨਾਲ ਕਰਨਾ ਚਾਹੁੰਦੀ ਹੈ ਕਿ ਸਾਰਾ ਰੋਲ ਕੇ ਉਹਨਾਂ ਪੂੰਜੀਪਤੀਆਂ ਨੂੰ ਦੇ ਦੇਗੀ, ਉਹ ਸਾਰਾ ਰਵਾਲ ਕੇ ਉੱਥੇ ਇਕੱਠਾ ਕਰ ਲਊਗੀ। ਇਹ ਮੋਦੀ ਸਾਹਿਬ ਨੂੰ ਕਿੱਥੇ, ਉੱਥੇ ਗੁਜਰਾਤ ਦਾ ਮੁੱਖ ਮੰਤਰੀ ਵੀ ਰਿਹਾ ਹੈ, ਇਹਨੂੰ ਉੱਥੇ 40 ਰੁਪਏ ਕਿਲੋ ਆਟਾ ਉੱਥੇ ਵਿਕ ਰਿਹਾ, ਤੇਰੀ ਐਮਸੀ ਉੱਥੇ ਕਿੱਥੇ ਗਈ ਹੈ? ਕੀ ਉੱਥੇ ਲੋਕੀ ਇੰਨੇ ਦੁਖੀ ਨੇ? ਉੱਥੇ ਤੇਰਾ ਹੀ ਰਾਜ ਆ, ਉੱਥੇ ਤੁਹਾਡੀ ਆ, ਦੇਖੋ ਕੀ ਉੱਥੇ ਹੋ ਰਿਹਾ। ਇਹੀ ਕੋਈ ਸਾਡੇ ਨਾਲ ਇੱਥੇ ਕਰਨਾ ਚਾਹੁੰਦੇ ਨੇ। ਸਾਨੂੰ ਐਂ ਦੱਸੋ, ਸਿੰਘੂ ਬਾਰਡਰ ਤੇ ਹੁਣ ਸਥਿਤੀ ਕੀ ਹੈ? 2 ਕਿਲੋਮੀਟਰ ਪਿੱਛੇ ਬੈਰੀਅਰ ਲਾਤਾ। ਮੈਨੂੰ ਇਹ ਦਿਖਦਾ ਹੈ ਕਿ ਸਾਡੇ ਆਈ ਟਰਾਲੀਆਂ ਗਈਆਂ ਨੇ। ਇਹ ਦੇਖੋ ਵੀ ਉਹਨਾਂ ਟਰਾਲੀਆਂ ਨੂੰ ਪਿੱਛੇ ਰੋਕਦੇ ਨੇ, ਉਹਨਾਂ ਨੂੰ ਅੱਗੇ ਜਾਣ ਦਿੰਦੇ ਨੇ ਕਿ ਨਹੀਂ ਜਾਣ ਦਿੰਦੇ। ਅਗਰ ਜੋ ਉੱਥੇ ਸਥਿਤੀ ਜਿਹੜੀ ਹੈ ਤਣਾਅਪੂਰਨ ਇਸ ਤਰ੍ਹਾਂ ਵੀ ਇਹਨਾਂ ਜ਼ਿਮੀਂਦਾਰਾਂ ਨੂੰ ਸਾਡੇ ਨੂੰ ਬਹੁਤ ਤੰਗ ਕੀਤਾ ਹੈ ਅਤੇ ਉਹਨਾਂ ਨੂੰ ਸੁੱਤਿਆਂ ਪਿਆਂ ਨੂੰ, ਉਹਨਾਂ ਨੂੰ ਉੱਥੇ ਬੈਠਿਆਂ ਨੂੰ ਇਹਨਾਂ ਨੇ ਉੱਥੇ ਕੁੱਟਿਆ, ਉਹਨਾਂ ਦੇ ਡਾਂਗਾਂ ਮਾਰੀਆਂ, ਬਜ਼ੁਰਗਾਂ ਨੂੰ ਸੱਟਾਂ ਲੱਗੀਆਂ ਨੇ, ਹੋਰ ਸੱਟਾਂ ਲੱਗੀਆਂ, ਨਾਲੇ ਸਾਡੇ ਬੰਦੇ ਗ੍ਰਿਫਤਾਰ ਕਰਕੇ ਵਿੱਚੋਂ ਲੈ ਗਏ ਨੇ। ਇਹ ਸਾਰਾ ਜਿਹੜੀ ਮਿਲੀ ਭੁਗਤ ਜਿਹੜੀ ਆ ਨਾ, ਇਹ ਪੁਲਿਸ ਦੀ ਨਾਲ। ਕਾਫੀ ਨੌਜਵਾਨ ਗ੍ਰਿਫਤਾਰ ਕੀਤੇ ਗਏ ਨੇ ਉੱਥੇ, ਮੋਗੇ ਜ਼ਿਲ੍ਹੇ ਦੇ ਵੀ ਕਾਫੀ ਨੌਜਵਾਨ ਨੇ ਉਹਦੇ ਵਿੱਚ। ਉਹਨਾਂ ਦੀ ਫਿਰ ਉਹਨਾਂ ਨੂੰ ਕੈਦ ਦੇ ਵਿੱਚੋਂ, ਪੁਲਿਸ ਦੀ ਕੈਦ ਦੇ ਵਿੱਚ ਛਡਵਾਉਣ ਦੇ ਲਈ ਕੀ ਹੱਥਕੰਡਾ ਅਪਣਾਇਆ ਜਾਵੇ? ਕਿਵੇਂ ਗੱਲਬਾਤ ਅੱਗੇ ਤੁਰੇ? ਕਿਵੇਂ ਇਹ ਗੱਲਾਂ ਸਾਹਮਣੇ ਆਉਣ ਕਿ ਵੀ ਕਿੰਨੇ ਕੁ ਨੌਜਵਾਨ ਸਾਡੇ ਫੜੇ ਹੋਏ ਨੇ? ਜੇ ਸਾਡੇ ਨੌਜਵਾਨ ਇਹਨਾਂ ਨੂੰ ਬਗੈਰ ਕਿਸੇ ਗੱਲ ਤੋਂ ਗ੍ਰਿਫਤਾਰ ਕਰਕੇ ਉਹਨਾਂ ਦਾ ਪਤਾ ਨਹੀਂ ਦੱਸ ਰਹੇ ਹਾਲੀ ਵੀ ਕਿੱਥੇ ਨੇ, ਵੀ ਇਹਨਾਂ ਨੇ ਕਿੱਥੇ ਸਿੱਟੇ ਨੇ। ਉਹਨਾਂ ਦਾ ਉਹ ਇੱਕ ਇਹ ਜਿਹੜਾ ਜਿੰਨੇ ਵੀ ਕੇਸ ਉੱਤੇ ਸਾਡੇ ਜ਼ਿਮੀਂਦਾਰਾਂ ਉੱਤੇ ਬਣੇ ਨੇ ਉਹ ਕੇਸ ਵਾਪਸ ਲੈਣ ਅਤੇ ਸਾਡੇ ਨੌਜਵਾਨ ਬੱਚੇ ਜਿਹੜੇ ਉੱਥੇ ਗਏ ਸਨ, ਕਿਉਂਕਿ ਅੱਜ ਕੱਲ੍ਹ ਨੌਜਵਾਨ ਨੇ। ਹੁਣ ਮੈਂ ਬਜ਼ੁਰਗ ਹਾਂ, ਮੈਨੂੰ ਇਸ ਗੱਲ 'ਤੇ ਮੈਂ ਕੁਛ ਨਹੀਂ ਕਰ ਸਕਦਾ। ਮੈਨੂੰ ਇਸ ਗੱਲ 'ਤੇ ਗੁੱਸਾ ਆਉਂਦਾ ਵੀ ਇਹ ਕੀ ਕਰ ਰਹੇ ਸਾਡੇ ਤਾਂ ਬੱਚੇ ਜਿਹੜੇ ਉਹਨਾਂ ਦਾ ਜਜ਼ਬਾਤ ਹੈ। ਤੁਸੀਂ ਜਿਵੇਂ ਸਰਕਾਰ ਵੀ ਕਾਫੀ ਸਖਤੀ ਕਰ ਚੁੱਕੀ ਹੈ ਉੱਥੇ, ਅਤੇ ਹੁਣ ਪਰ ਤੁਸੀਂ ਅੱਗੇ ਇਸ ਮਸਲੇ ਦਾ ਹੱਲ ਕਿਵੇਂ ਦੇਖਦੇ ਹੋ? ਅਸੀਂ ਇਹ ਮਸਲੇ ਦਾ ਹੱਲ ਹੀ ਕਰਨੇ, ਅਸੀਂ ਤਾਂ ਇਹੀ ਕਰਨੇ ਆ। ਸਰਕਾਰ ਨੂੰ ਇਹ ਕਹਿੰਦੇ ਆ ਵੀ ਤੁਸੀਂ ਬੈਠੋ, ਸਾਡੇ ਕਿਸਾਨ ਵੀਰ ਵੀ ਬੈਠਣਗੇ ਅਤੇ ਉੱਥੇ ਬੈਠਣਗੇ, ਉੱਥੇ ਬੈਠ ਕੇ ਉੱਥੇ ਮੇਜ਼ 'ਤੇ ਬੈਠ ਕੇ ਉਹਨਾਂ ਨੂੰ ਬੁਲਾਓ। ਅਤੇ ਕਿਸਾਨ ਵੀਰ ਸਾਡੇ ਬਹੁਤ ਸਿਆਣੇ ਨੇ, ਸੂਝਵਾਨ ਨੇ, ਤਾਂ ਉਹ ਵੀ ਉੱਥੇ ਬੈਠਣਗੇ ਤਾਂ ਉਹਨਾਂ ਦੀ ਗੱਲ ਮੰਨ ਲਈ ਜਾਏ। ਜੋ ਮੋਦੀ ਸਾਹਿਬ ਕਹੇ ਨੇ ਵੀ ਆਓ ਗੱਲ ਕਰੋ, ਅਸੀਂ ਤੇ ਮੋਦੀ ਸਾਹਿਬ ਵੀ ਬੈਠਣ, ਸਾਡੇ ਪ੍ਰਧਾਨ ਮੰਤਰੀ ਬੈਠਣ ਵਿੱਚ, ਅਤੇ ਜਿਹੜੇ ਕਿਸਾਨ ਸਾਡੇ ਵੀਰ ਉੱਥੇ ਬੈਠੇ ਨੇ ਉਹ ਗੱਲ ਕਹਿੰਦੇ ਨੇ ਉਹ ਮੰਨ ਲਈ ਜਾਏ। ਤੁਸੀਂ ਪੰਜਾਬੀ ਡਾਕ ਦੇ ਨਾਲ ਜੁੜ ਚੁੱਕੇ ਹੋ। ਮੈਂ ਹਾਂ ਗੁਰਜਿੰਦਰ ਸਿੰਘ ਭੰਗੂ। ਸਰਕਾਰ ਨਾਲ ਜੋ ਗੱਲਬਾਤ ਸੀ ਉਹ ਗੱਲਬਾਤ 26 ਜਨਵਰੀ ਦੇ ਪ੍ਰੋਗਰਾਮ ਤੋਂ ਪਹਿਲਾਂ ਗੱਲਬਾਤ ਟੁੱਟ ਚੁੱਕੀ ਸੀ ਕਿਸਾਨਾਂ ਦੇ ਨਾਲ, ਅਤੇ 26 ਜਨਵਰੀ ਦਾ ਪ੍ਰੋਗਰਾਮ ਕਿਸਾਨਾਂ ਦਾ ਵੱਡਾ ਪ੍ਰੋਗਰਾਮ ਸੀ। ਇੱਕ ਪਰੇਡ ਸੀ, ਜੋ ਪਰੇਡ ਦਾ ਪ੍ਰੋਗਰਾਮ ਦਿੱਤਾ ਗਿਆ ਸੀ। ਬੇਸ਼ੱਕ ਉਹ ਪਰੇਡ ਸਫਲ ਰਹੀ ਹੈ। ਦੂਜੇ ਪਾਸੇ ਜੋ ਲਾਲ ਕਿਲ੍ਹੇ ਦੇ ਝੰਡਾ ਚੜਾਉਣ ਦਾ ਡਿਸਪਿਊਟ ਹੈ, ਉਸ ਵਿਵਾਦ ਤੋਂ ਬਾਅਦ ਸਥਿਤੀ ਸਿੰਘੂ ਬਾਰਡਰ, ਟਿਕਰੀ ਬਾਰਡਰ ਅਤੇ ਗਾਜ਼ੀਆ ਬਾਰਡਰ 'ਤੇ ਸਥਿਤੀ ਤਣਾਅਪੂਰਨ ਬਣਦੀ ਨਜ਼ਰ ਆਈ ਸੀ, ਜੋ ਕਿਸਾਨ ਜਥੇਬੰਦੀਆਂ ਦੇ ਸਿਆਣੇ ਆਗੂਆਂ ਵੱਲੋਂ ਉਸ ਸਥਿਤੀ 'ਤੇ ਕਾਬੂ ਪਾ ਲਿਆ ਗਿਆ ਹੈ। ਗਾਜ਼ੀਪੁਰ ਬਾਰਡਰ 'ਤੇ ਵੀ ਹੁਣ ਲੱਖਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲ ਸਕਦਾ, ਤੇ ਪੰਜਾਬ ਦੇ ਵਿੱਚੋਂ ਹੁਣ ਲੋਕ ਪਿੰਡਾਂ ਦੇ ਵਿੱਚ ਮਤੇ ਪਾ ਰਹੀਆਂ ਨੇ ਪੰਚਾਇਤਾਂ ਕਿ ਹਰ ਘਰ ਪਿੱਛੋਂ 1 ਜਾਂ 2 ਮੈਂਬਰ ਜਾ ਕੇ, ਪਰਿਵਾਰਕ ਜੀ ਜਾ ਕੇ ਉੱਥੇ ਸ਼ਾਮਲ ਹੋਊਗਾ, ਅਤੇ ਪਿੰਡ ਤੋਂ 10 ਜਾਂ 15 ਜੀ ਜੋ ਪਿੰਡ ਵਾਲਿਆਂ ਨੇ ਮਤਾ ਪਾਇਆ ਉਸ ਮੁਤਾਬਕ ਜਾਣਗੇ, ਉਹ ਜਾ ਕੇ ਉੱਥੇ ਸਮਰਪਿਤ ਹੋਣਗੇ ਧਰਨੇ ਨੂੰ। ਤੇ ਅੰਦੋਲਨ ਆਪਣੇ ਸਿਖਰ ਦੇ ਉੱਤੇ ਹੈ। ਕੱਲ੍ਹ ਵੀ ਪ੍ਰਧਾਨ ਮੰਤਰੀ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਹ ਸਰਵ ਪੱਖੀ ਜੋ ਮੀਟਿੰਗ ਸੱਦੀ ਗਈ ਸੀ, ਆਲ ਪਾਰਟੀ ਮੀਟਿੰਗ ਸੱਦੀ ਗਈ ਸੀ, ਉਸ ਮੀਟਿੰਗ ਦੇ ਵਿੱਚ ਰੱਖਿਆ ਸੀ ਕਿ ਸਰਕਾਰ ਉਸ ਉੱਤੇ ਗੱਲ ਕਰਨ ਲਈ ਤਿਆਰ ਹੈ। ਜੋ ਸਰਕਾਰ ਨੇ ਪ੍ਰੋਗਰਾਮ ਦਿੱਤਾ ਸੀ ਕਿ ਅਮੈਂਡਮੈਂਟ ਕਰ ਦਿੰਦੇ ਆ ਇਹਨਾਂ ਬਿੱਲਾਂ ਦੇ ਵਿੱਚ, ਪ੍ਰਸਤਾਵ ਲੈ ਕੇ ਸਰਕਾਰ ਆਈ ਸੀ, ਜੋ ਪ੍ਰਸਤਾਵ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਨਕਾਰ ਦਿੱਤਾ ਸੀ ਕਿ ਸਾਨੂੰ ਸੌਦਾ ਮਨਜ਼ੂਰ ਨਹੀਂ, ਸਾਨੂੰ ਅਮੈਂਡਮੈਂਟ ਮਨਜ਼ੂਰ ਨਹੀਂ, ਅਸੀਂ ਜੇ ਗੱਲਬਾਤ ਕਰਾਂਗੇ ਇਹਨਾਂ ਖੇਤੀ ਕਾਨੂੰਨਾਂ ਨੂੰ ਖਤਮ ਕਰਨ ਦੀ ਗੱਲਬਾਤ ਕਰਾਂਗੇ। ਪਰ ਸਰਕਾਰ ਜਿੰਨੀਆਂ ਮੀਟਿੰਗਾਂ ਹੋਈਆਂ ਸੀ, 11 ਗੇੜ ਦੀ ਮੀਟਿੰਗਾਂ ਹੋ ਚੁੱਕੀਆਂ ਨੇ, ਪਰ ਉਹਨਾਂ ਦੇ ਵਿੱਚੋਂ ਸਰਕਾਰ ਗੱਲਬਾਤ ਕਰਨ ਦੇ ਲਈ ਤਾਂ ਰਾਜੀ ਹੈ, ਪਰ ਕਿਸਾਨੀ ਕਾਨੂੰਨਾਂ ਦਾ, ਖੇਤੀ ਕਾਨੂੰਨਾਂ ਦਾ ਹੱਲ ਕਰਨ ਦੇ ਲਈ ਤਿਆਰ ਨਹੀਂ ਹੈ। ਅਖੀਰ ਸਰਕਾਰ ਦੇ ਉੱਤੇ ਕਿਹੜੇ ਦਬਾਅ ਨੇ ਕਿ ਸਰਕਾਰ ਕਿ ਕਾਰਪੋਰੇਟ ਹਾਊਸ ਦਾ ਸਰਕਾਰ ਉੱਤੇ ਐਡਾ ਦਬਾਅ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਕਾਰਪੋਰੇਟ ਹਾਊਸ ਦਾ ਐਡਾ ਦਬਾਅ ਕਿ ਸਰਕਾਰ ਆਮ ਲੋਕਾਂ ਨੂੰ ਨਾਰਾਜ਼ ਕਰਕੇ ਆਮ ਲੋਕਾਂ ਦਾ 200 ਤੋਂ ਵੱਧ
ਐਕਸੀਡੈਂਟਾਂ ਕਾਰਨ, ਠੰਡ ਦੇ ਕਾਰਨ 200 ਤੋਂ ਵੱਧ ਉੱਥੇ ਮੌਤਾਂ ਹੋ ਚੁੱਕੀਆਂ ਨੇ ਕਿਸਾਨਾਂ ਦੀਆਂ, ਪਰ ਫਿਰ ਵੀ ਇਹ ਸਰਕਾਰ ਕੋਈ ਹੱਲ ਕਰਨ ਨੂੰ ਤਿਆਰ ਨਹੀਂ ਹੈ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਕਿ ਕਾਰਪੋਰੇਟ ਦਾ ਗੱਲਬਾਤ ਹੀ ਸਰਕਾਰ ਦੇ ਉੱਤੇ ਐਡਾ ਭਾਰੂ ਹੈ ਕਿ ਸਰਕਾਰ ਇਸ ਤੋਂ ਪਿੱਛੇ ਹਟ ਕੇ ਗੱਲਬਾਤ ਕਰਨਾ ਨਹੀਂ ਚਾਹੁੰਦੀ। ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦੁਆਰਾ ਸਰਕਾਰ ਚੁਣੀ ਗਈ ਆ, ਪਰ ਅੱਜ ਸਰਕਾਰ ਬੀਜੇਪੀ ਤੇ ਦਿੱਲੀ ਹਕੂਮਤ ਆਪਣੇ ਲੋਕਾਂ ਤੋਂ ਮੂੰਹ ਮੋੜ ਚੁੱਕੀ ਹੈ। ਸਰਕਾਰ ਉਹਨਾਂ ਪੱਖ ਪੂਰ ਰਹੀ ਹੈ ਕਾਰਪੋਰੇਟ ਹਾਊਸ ਦਾ, ਉਹਨਾਂ ਉਦਯੋਗਪਤੀਆਂ ਦਾ ਜੋ ਜ਼ਮੀਨਾਂ ਦੇ ਕਲਸਟਰ ਬਣਾ ਕੇ ਖੇਤੀ ਕਰਨਾ ਚਾਹੁੰਦੇ ਨੇ। ਜੋ ਜ਼ਮੀਨਾਂ ਦੀ ਮਾਲਕੀਅਤ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸਾਨਾਂ ਨੂੰ ਬਖਸ਼ੀ ਸੀ, ਉਸ ਮਾਲਕੀਅਤ ਤੋਂ ਖੋ ਕੇ ਅੱਜ ਫੇਰ ਬੰਧੂਆ ਮਜ਼ਦੂਰ ਬਣਾਉਣਾ ਚਾਹੁੰਦੀ ਹੈ। ਕਿਸਾਨ ਜਥੇਬੰਦੀਆਂ ਦੇ ਇਹ ਖਾਦਸ਼ੇ ਨੇ। ਭਾਵੇਂ 2017 ਦੀ ਨੀਤੀ ਆਯੋਗ ਦੀ ਮੀਟਿੰਗ ਹੋਵੇ ਜਿਹਦੇ ਵਿੱਚ ਇਹ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਸੀ, ਜਿਹਦੇ ਵਿੱਚ ਪੰਜਾਬ ਤੋਂ ਬਲਵੀਰ ਸਿੰਘ ਰਾਜੇਵਾਲ ਗਏ ਸੀ। ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਇੱਕ ਵਾਰ ਫਿਰ ਗੁਲਾਮ ਬਣਾਉਣ ਤੇ ਤੁਰੀ ਹੋਈ ਹੈ ਕਿਸਾਨਾਂ ਨੂੰ। ਉਹ ਕਿਸਾਨ ਜਿਨ੍ਹਾਂ ਨੇ ਆਪ ਭੁੱਖੇ ਰਹਿ ਕੇ ਇਸ ਦੇਸ਼ ਦਾ ਢਿੱਡ ਭਰਿਆ, ਮਰਦਿਆਂ ਦੇ ਮੂੰਹ ਵਿੱਚ ਅੰਨ ਪਾਇਆ, ਤੇ ਉਹ ਕਿਸਾਨ ਅੱਜ ਫਾਹਾ ਲੈਣ ਲਈ ਮਜਬੂਰ ਹੈ ਕਿਉਂਕਿ ਕਿਸਾਨਾਂ ਨੂੰ ਬਣਦਾ ਮੁੱਲ ਨਹੀਂ ਮਿਲਦਾ ਆਪਣੀ ਫਸਲ ਦਾ। ਉਸ ਤੋਂ ਉੱਪਰੋਂ ਕਿਸਾਨ ਜਥੇਬੰਦੀਆਂ ਦਾ ਕਹਿਣਾ ਜਦੋਂ ਕਿਸਾਨ ਖੁਦਕੁਸ਼ੀਆਂ ਕਰਦਾ ਕਿਸਾਨਾਂ ਨੂੰ ਬਣਦਾ ਮੁੱਲ ਨਹੀਂ ਮਿਲਦਾ। ਦੂਜੇ ਪਾਸੇ ਕਾਨੂੰਨ ਲੈ ਕੇ ਆਉਣਾ ਬਿਲਕੁਲ ਹੀ ਤਬਾਹ ਕਰ ਦੇਣਗੇ ਪੰਜਾਬ ਨੂੰ, ਪੰਜਾਬ ਦੀ ਹੋਣੀ ਨੂੰ ਖਤਮ ਕਰ ਦੇਣਗੇ। ਕੁੱਲ ਪੰਜਾਬ ਤੇ ਹਰਿਆਣਾ ਦੇ ਵਿੱਚ MSP ਮਿਲਦੀ ਹੈ, ਇਸ ਤੋਂ ਇਲਾਵਾ ਦੂਜੇ ਸੂਬਿਆਂ ਦੇ ਵਿੱਚ MSP ਨਹੀਂ ਮਿਲਦੀ। ਬਿਹਾਰ UP ਦੀ ਖੇਤੀ ਦੀ ਹਾਲਤ ਤੁਸੀਂ ਜਾਣਦੇ ਹੋ ਕਿ ਉੱਥੇ ਕੀ ਹਾਲਤ ਹੈ। ਜੇਕਰ ਇਹ ਕਾਨੂੰਨ ਲਾਗੂ ਹੋ ਜਾਂਦੇ ਨੇ ਤਾਂ ਪੰਜਾਬ ਦੀ ਹਾਲਤ ਵੀ ਇਹ ਰਹੂਗੀ। ਤੇ ਅੱਜ ਅਸੀਂ ਧਨੇੜੀ ਜੱਟਾਂ ਟੋਲ ਪਲਾਜ਼ੇ ਦੇ ਮੌਜੂਦ ਹਾਂ, ਗੱਲਬਾਤ ਕਰਦੇ ਹਾਂ ਕਿਸਾਨਾਂ ਦੇ ਨਾਲ। ਇਹਨਾਂ ਜਾਣਦੇ ਹਾਂ ਕਿ 26 ਜਨਵਰੀ ਦੇ ਪ੍ਰੋਗਰਾਮ ਤੋਂ ਬਾਅਦ ਸਰਕਾਰ ਦਾ ਇਹ ਕਹਿਣਾ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ, ਇਹ ਕਿੱਥੇ ਰੱਖਦੇ ਕਿ ਦੇਖਦੇ ਨੇ ਬਜ਼ੁਰਗੋ। ਸਰਕਾਰ ਦਾ ਹੁਣ ਕਹਿਣਾ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ, ਤੁਸੀਂ ਇਹਨੂੰ ਕੀ ਇਸ ਤੇ ਵਿਚਾਰ ਰੱਖਦੇ ਹੋ ਕਿ ਸਰਕਾਰ ਹੱਲ ਤਾਂ ਨਹੀਂ ਕਰਦੀ ਪਰ ਗੱਲਬਾਤ ਲਈ ਸਰਕਾਰ ਬੁਲਾ ਲੈਂਦੀ ਹੈ? ਇਹਦੇ ਪਿੱਛੇ ਬਹੁਤ ਵਾਰੀ ਗੱਲ ਹੋ ਗਈ ਹੈ ਤਾਂ ਗੱਲ ਕੋਈ ਸਿਰੇ ਨਹੀਂ ਚੜੀ, ਕਿਉਂਕਿ ਜ਼ਿਮੀਂਦਾਰ ਤਾਂ ਸਿਰਫ ਇੱਕੋ ਹੀ ਗੱਲ ਇਹ ਕਹਿੰਦੇ ਨੇ ਵੀ ਸਾਡੇ ਜਿਹੜਾ ਕਾਲੇ ਕਾਨੂੰਨ ਇਹਨਾਂ ਨੂੰ ਖਤਮ ਕਰ ਦਿਓ। ਤਾਂ ਇਹ ਕਾਲੇ ਕਾਨੂੰਨ ਜਿਹੜੇ ਖਤਮ ਸਾਨੂੰ ਸਰਕਾਰ ਸਗੋਂ ਨਾ ਸਾਨੂੰ ਬਹੁਤ ਹੀ ਗੁੰਮਰਾਹ ਕਰ ਰਹੀ ਹੈ। ਸਾਨੂੰ ਘੜੀ ਮੀਟਿੰਗਾਂ ਕਰਕੇ ਸਾਨੂੰ ਸੱਦ ਕੇ ਸਾਡਾ ਜਿਹੜਾ ਕੋਈ ਮੀਟਿੰਗ ਦਾ ਕੋਈ ਰਿਜ਼ਲਟ ਨਹੀਂ ਨਿਕਲਦਾ। ਬਾਅਦ ਤੋਮਰ ਸਾਹਿਬ ਨੇ ਜੇ ਕਿਹਾ ਵੀ ਜਦੋਂ ਅਖੀਰਲੀ ਮੀਟਿੰਗ 11ਵੀਂ ਚੱਲੀ ਉਦੋਂ ਤੋਮਰ ਸਾਹਿਬ ਨੇ ਕਿਹਾ ਕਿ ਸਾਡੇ ਕੋਲ ਤਾਂ ਆਹ ਕੁਛ ਹੀ ਹੈ, ਅਸੀਂ ਕਾਨੂੰਨ ਜਿਹੜਾ ਤੁਹਾਨੂੰ ਇਹਦੇ 'ਚ ਕੁਝ ਸੁਧਾਰ ਕਰ ਸਕਦੇ ਹਾਂ ਲੇਕਿਨ ਅਸੀਂ ਰੱਦ ਨਹੀਂ ਕਰ ਸਕਦੇ। ਅਸੀਂ ਤੁਹਾਨੂੰ ਆਹ ਕੁਛ ਹੀ ਦੇ ਸਕਦੇ ਹਾਂ, ਇਸ ਤੋਂ ਬਾਅਦ ਨਹੀਂ ਹੋਰ ਕੁਝ ਦੇ ਸਕਦੇ। ਇਹ ਕਹਾ ਕੇ ਤੋਮਰ ਸਾਹਿਬ ਉੱਠ ਕੇ ਚਲੇ ਗਏ ਅਤੇ ਫਿਰ ਕੀ ਉਹ ਤੋਂ ਬਾਅਦ ਇਹ ਵਾਪਰਿਆ, ਕਿੰਨਾ ਦੁਖਾਂਤ ਵਾਪਰਿਆ। ਅਗਰ ਜੇ ਉੱਥੇ ਉਸ ਟਾਈਮ ਦੇ ਉਹਦੇ ਝਗੜਾ ਜਿਹੜਾ ਹੋ ਜਾਂਦਾ, ਤੋਮਰ ਸਾਹਿਬ ਹੋਰ ਅੱਗੇ ਗੱਲ ਕਰਦੇ, ਅੱਗੇ ਹੋਰ ਗੱਲ ਨੂੰ ਵਧਾਉਂਦੇ ਤਾਂ ਇਹ ਜਿਹੜਾ ਝਗੜਾ ਸੀ ਇਹ ਖਤਮ ਹੋ ਸਕਦਾ ਸੀ। ਪਰ ਇਹ ਜਿਹੜੀ BJP ਸਰਕਾਰ ਹੈ ਹੰਕਾਰ ਵਿੱਚ ਆਈ ਹੋਈ ਹੈ, ਇੰਨੇ ਵੱਡੇ ਹੰਕਾਰ ਵਿੱਚ ਆਈ ਹੈ। ਇਹਨਾਂ ਨੂੰ ਇਹ ਲੋਕਾਂ ਦਾ, ਇਹ ਪਬਲਿਕ ਦਾ ਜਿਹੜਾ ਇਹਨਾਂ ਨੂੰ ਇਹ ਦਿਖਦਾ ਹੀ ਨਹੀਂ ਵੀ ਅਸੀਂ ਸਾਨੂੰ ਇਹਨਾਂ ਨੇ ਚੁਣ ਕੇ ਭੇਜਿਆ, ਅਸੀਂ ਇਹਨਾਂ ਦੀ ਗੱਲ ਸੁਣੀਏ। ਕਿਉਂਕਿ ਰਾਜਾ ਜਿਹੜਾ ਹੁੰਦਾ ਨਾ, ਜਿਹੜਾ ਰਾਜਾ ਹੁੰਦਾ ਇਹ ਪਬਲਿਕ ਦਾ ਇੱਕ ਮਾਂ-ਬਾਪ ਹੁੰਦਾ ਅਤੇ ਉਹਨੂੰ ਜਿਹੜਾ ਕਿ ਨਹੀਂ ਉਹ ਪਬਲਿਕ ਦੀ ਆਪਣੇ ਬੱਚਿਆਂ ਦੀ ਗੱਲ ਸੁਣਨੀ ਚਾਹੀਦੀ ਹੈ। ਅਗਰ ਜੋ ਗੱਲ ਨਹੀਂ ਸੁਣੇ ਤਾਂ ਆਪਣੇ ਹੰਕਾਰ 'ਚ ਹੀ ਰਹੇਗਾ। ਅੱਜ ਤੱਕ ਮੈਂ ਕਹਿੰਦਾ ਮੋਦੀ ਸਾਹਿਬ ਨੇ 2-3 ਮਹੀਨੇ 4-5 ਮਹੀਨੇ ਹੋ ਚੱਲੇ ਨੇ ਮੂੰਹ ਨਹੀਂ ਖੋਲ੍ਹਿਆ ਕਿਸਾਨਾਂ ਦੇ ਹੱਕ ਵਿੱਚ, ਲੇਕਿਨ ਅੱਜ ਪਹਿਲੀ ਵਾਰ ਹੈ ਜਿਹੜਾ ਮੋਦੀ ਸਾਹਿਬ ਨੇ ਮੂੰਹ ਖੋਲ੍ਹਿਆ ਕਿ ਅਸੀਂ ਕਿਸਾਨਾਂ ਨਾਲ ਗੱਲ ਕਰਨ ਵਾਸਤੇ ਤਿਆਰ ਹਾਂ ਵੀ ਸਾਡੇ ਆਓ ਕਿਸਾਨ ਗੱਲ ਕਰਨ। ਸੋ ਹੈਰਾਨ ਦੀ ਗੱਲ ਹੈ ਵੀ ਇੰਨਾ ਕੁਝ ਹੋ ਗਿਆ, ਸਾਡੇ ਇੰਨੇ ਕਿਸਾਨ ਜਿਹੜੇ ਨੇ ਉਹ ਸ਼ਹੀਦੀਆਂ ਪਾ ਗਏ ਨੇ, ਆਪਣੇ ਜਾਨਾਂ ਵਾਰ ਗਏ ਨੇ ਇਸ ਸੰਘਰਸ਼ ਤੋਂ, ਤੇ ਅੱਜ ਤੱਕ ਮੋਦੀ ਨੇ 4-5 ਮਹੀਨਿਆਂ ਬਾਅਦ ਅੱਜ ਮੂੰਹ ਖੋਲ੍ਹਿਆ। ਬੜੀ ਹੈਰਾਨਗੀ ਦੀ ਗੱਲ ਹੈ। ਉਹ ਵੀ ਫਿਰ ਸਾਨੂੰ ਦੇਖਿਆ ਵੀ ਸਾਨੂੰ ਇਹ ਦੇਖ ਰਿਹਾ, ਸਾਨੂੰ ਕਿਸਾਨਾਂ ਨੂੰ ਬੁਲਾਉਣ। ਕਿਸਾਨ ਤਾਂ ਹਮੇਸ਼ਾ ਹੀ ਗੱਲ ਵਾਸਤੇ ਤਿਆਰ ਨੇ, ਕੋਈ ਉਹ ਇਨਕਾਰ ਨਹੀਂ ਕਰਦੇ। ਕਿਸਾਨ ਜਿਹੜੇ ਨੇ ਉਹ ਗੱਲ ਵਾਸਤੇ ਤਿਆਰ ਨੇ ਵੀ ਅਸੀਂ ਗੱਲ ਵਾਸਤੇ ਤਿਆਰ ਹਾਂ। ਸਾਡਾ ਤਾਂ ਇੱਕੋ ਹੀ ਮੁੱਦਾ ਵੀ ਇਹ ਕਾਲੇ ਕਾਨੂੰਨ ਜਿਹੜੇ ਇਹਨਾਂ ਨੂੰ ਖਤਮ ਕਰ ਦਿਓ, ਬਸ ਇਹਨਾਂ ਨੂੰ ਖਤਮ ਕਰ ਦਿਓ, ਇਹਨਾਂ 'ਤੇ ਲੀਕ ਮਾਰ ਦਿਓ, ਤੁਸੀਂ ਆਪਣੇ ਸੁਖੀ ਬਸੋ, ਸਭ ਰਾਜ ਕਰੋ ਰਮਾਨ ਨਾਲ, ਅਸੀਂ ਘਰ ਜਾ ਕੇ ਆਪਣੀਆਂ ਖੇਤੀਆਂ ਸੰਭਾਲੀਏ। ਪਰ ਇਸ ਪਾਸੇ ਵੱਲ ਨਹੀਂ ਆਉਂਦੇ, ਇਸ ਪਾਸੇ ਵੱਲ ਨਹੀਂ। ਸਾਨੂੰ ਹੋਰ ਸਾਡੇ ਇਲਜ਼ਾਮ ਲਾਉਂਦੇ ਆ। ਦੇਖੋ ਨਾ ਹੁਣ ਆ ਰਾਤ ਦੀ ਇੰਟਰਵਿਊ ਦੇ ਰਿਹਾ ਇਹਨਾਂ ਦਾ BJP ਦਾ ਇੱਕ, ਉਹ ਕਹਿੰਦਾ ਜੀ ਇਹ ਉੱਥੇ ਅਸਲਾ ਲੈ ਕੇ ਗਏ ਨੇ। ਇਹਨਾਂ ਕੋਲ ਪ੍ਰੂਫ ਹੈ ਕੋਈ ਸਾਡੇ ਖਿਲਾਫ? ਕੋਈ ਅਸਲੇ ਦਾ ਪ੍ਰੂਫ ਹੈ ਇਹਨਾਂ ਕੋਲ? ਇਹਨਾਂ ਕੋਲ ਕੋਈ ਮਿਲਿਆ? ਕੋਈ ਟਰਾਲੀ 'ਚ ਪਕੜਿਆ ਗਿਆ ਕਿਤੋਂ? ਕਿਤੇ ਰਫਲਾਂ ਫੜੀਆਂ ਗਈਆਂ ਨੇ? ਕੀ ਪਕੜਿਆ ਗਿਆ? ਕੁਛ ਗਲਤ ਸਾਡੇ ਉੱਤੇ ਇਲਜ਼ਾਮ ਲਾ ਕੇ ਸਾਡੇ ਜ਼ਿਮੀਂਦਾਰ ਉੱਤੇ ਸਾਡੇ 'ਤੇ ਉਹ ਕਰ ਲੈ। ਸਾਡੇ ਇੰਨੇ ਬੱਚੇ ਜਿਹੜੇ ਉਹ ਲਾਪਤਾ ਨੇ ਵੀ ਉਹ ਕਿੱਥੇ ਨੇ? ਸਾਨੂੰ ਉਹਨਾਂ ਦਾ ਪਹਿਲਾਂ ਦੇਣਾ, ਉਹ ਕਿੱਥੇ ਪਕੜਿਆ, ਕਿੱਧਰ ਉਹਨਾਂ ਨੂੰ ਸਿੱਟਿਆ, ਉਹਨਾਂ ਨੂੰ ਫੜ ਕੇ ਕਈ ਟਰੈਕਟਰ ਚੱਲ ਹੋਰ ਇਹਨਾਂ ਨੇ ਭੰਨੇ ਨੇ। ਇਹ ਸਾਰਾ ਜਿੰਨਾ ਵੀ ਕੰਮ ਸੀ 26 ਜਨਵਰੀ ਦਾ, ਇਹ ਗੌਰਮੈਂਟ ਦਾ ਆਪਣਾ ਕੀਤਾ ਹੋਇਆ ਸੀ। ਇੱਥੇ ਸਾਡੇ ਇੱਕ ਡਾਕਟਰ ਹੈ ਬਲਵੀਰ ਸਿੰਘ, ਉਹਨੇ ਦੇਖਦਾ ਕਿ ਮੈਂ ਉਸ ਟਾਈਮ ਵਿੱਚ ਖੜਿਆ ਹੋਇਆ ਸੀ ਜਦੋਂ 26 ਜਨਵਰੀ ਦਾ ਵਾਕਾ ਵਰਤਿਆ, ਮੈਂ ਵਿੱਚ ਖੜਿਆ ਹੋਇਆ ਸੀ। ਉਹ ਇਹ ਗੱਲ ਕਹਿੰਦਾ ਹੈ ਕਿ ਜੋ ਕੁਝ ਵੀ ਕੀਤਾ, ਜਿਹੜਾ ਇਹਨਾਂ ਨੇ ਉਹ ਕਿਸਾਨਾਂ ਨੂੰ ਦਿੱਤੀ ਸੀ ਟਰੇ, ਉਧਰ ਨੂੰ ਜਾਣ ਨੂੰ ਇੱਧਰ ਨੂੰ ਤੁਸੀਂ ਲੈ ਜਾ ਸਕਦੇ ਹੋ, ਉਹ ਜਿਹੜਾ ਬੰਦ ਕੀਤਾ ਹੋਇਆ ਜੀ, ਜਿਹੜਾ ਲਾਲ ਕਿਲ੍ਹੇ ਦਾ ਰਸਤਾ ਖੋਲ੍ਹਿਆ ਹੋਇਆ ਸੀ।
ਫਿਰ ਕਹਿੰਦੇ ਜੀ ਇਹਨਾਂ ਨੇ ਉੱਥੇ ਵਰਗੇ ਨਾਲ ਤੋੜਿਆ। ਇਹ ਬਿਲਕੁਲ ਨਹੀਂ ਇਸ ਤਰ੍ਹਾਂ ਹੋਇਆ। ਕਈ ਇਹ ਪੁਲਿਸ ਵਾਲਿਆਂ ਨੇ ਆਪ ਵਿੱਚ ਰਲੇ ਹੋਏ ਸੀ ਨਾਲ। ਹੁਣ ਤੁਸੀਂ ਦੇਖਿਆ ਪਰਸੋਂ ਜਿਹੜਾ ਉੱਥੇ ਸਿੰਧੂ ਬਾਰਡਰ ਤੇ ਹੋਇਆ, ਉਹ ਨਾਲ ਕੋਈ 2000 ਬੰਦੇ ਇਕੱਠੇ ਕਰਕੇ ਨਾਲ ਪੁਲਿਸ ਵਾਲਿਆਂ ਨੂੰ ਪ੍ਰੇਰ ਕੇ ਲਿਆਇਆ। ਪ੍ਰੇਰ ਕੇ ਲਿਆ ਕੇ ਤੇ ਜ਼ਿਮੀਂਦਾਰ ਦੇ ਗਲ ਪਵਾ ਤੇ ਉਲਟਾ ਉਹਨਾਂ ਨੂੰ ਲੈ ਕੇ ਆ ਤੇ ਲਾਠੀਚਾਰਜ ਜ਼ਿਮੀਂਦਾਰਾਂ ਦੇ ਕਰ ਰਹੇ ਨੇ। ਦੇਖੋ ਇਹ ਸਰਕਾਰ ਜਿਹੜਾ ਮਸਲਾ ਸਾਡਾ ਹੱਲ ਕਰ ਰਹੀ ਹੈ, ਇਹ ਸਾਨੂੰ ਇੰਨਾ ਘਸੋੜਨਾ, ਇੰਨਾ ਸਾਨੂੰ ਜਲੀਲ ਕਰ ਰਹੇ ਨੇ। ਲੇਕਿਨ ਹੁਣ ਅਸੀਂ ਤਾਂ ਅੱਜ ਸਵੇਰੇ ਅੱਜ ਇੱਕ ਮਤਾ ਪਾਇਆ ਸਾਰੇ ਪਿੰਡਾਂ ਦਾ। ਅਸੀਂ ਤਾਂ ਹੁਣ ਫਿਰ ਉਸੇ ਤਰ੍ਹਾਂ ਹੀ ਜਾਵਾਂਗੇ ਜਾਂ 26 ਜਨਵਰੀ ਨੂੰ ਗਏ ਸੀ, ਉਸੇ ਤਰ੍ਹਾਂ ਹੀ ਜਾ ਕੇ ਉੱਥੇ ਫਿਰ ਇਹਨਾਂ ਦੇ ਉੱਥੇ ਜਾ ਕੇ ਬਾਹਰ ਦੇ ਬੈਠਾਂਗੇ ਅਸੀਂ। ਤੇ ਪੂਰਨ ਸਾਡਾ ਇੱਕ ਇਹ ਗੱਲ ਹੈ, ਸਾਡਾ ਕੋਈ ਵੀ ਬੰਦਾ ਕਿਸਾਨ ਜਿਹੜਾ ਨਾ ਉਹ ਹਿੰਸਾ ਦੇ ਹਥਿਆਰੂ ਨਹੀਂ ਹੁੰਦਾ। ਜਦੋਂ ਸਾਨੂੰ ਤੁਸੀਂ ਮਜਬੂਰ ਕਰੋਗੇ, ਸਾਨੂੰ ਘਰ ਤੁਹਾਡੇ ਘਰ ਅਸੀਂ ਆਏ ਹਾਂ, ਸਾਨੂੰ ਘਰ ਆਏ ਨੂੰ ਕੁੱਟੋਗੇ ਮਾਰੋਗੇ, ਫਿਰ ਤਾਂ ਅੱਗੇ ਹੱਥ ਚੁੱਕਾਂਗੇ। ਜੇ ਮਹਾਂਪੁਰਸ਼ ਕਹਿੰਦੇ ਹੈ ਜੇ ਕੁੱਤਾ ਜਿਹੜਾ ਨਾ ਉਹ ਲੱਤ ਨੂੰ ਪਕੜਦਾ, ਲੱਤ ਨੂੰ ਚੱਕ ਫੜਦਾ ਤੇ ਉਹਦੇ ਡੰਡਾ ਮਾਰਨਾ ਕੋਈ ਗੁਨਾਹ ਨਹੀਂ ਹੁੰਦਾ। ਜੇ ਸਾਡੇ ਤੁਸੀਂ ਸਿਰੇ ਡੰਡੇ ਮਾਰ ਲੱਗ ਜਾਓ, ਸਾਨੂੰ ਕੁੱਟਣ ਲੱਗ ਜਾਓਗੇ, ਤੇ ਜੇ ਅਸੀਂ ਕੋਈ ਆਪਣਾ ਪਾ ਕਰਾਂਗੇ ਬਚਣ ਦਾ, ਤੇ ਫੇਰ ਕਹੋਗੇ ਕਿ ਇਹ ਜੀ ਅੱਤਵਾਦੀ ਨੇ, ਇਹ ਜੋ ਕੋਈ ਹਿੰਸਾ ਤੇ ਉਤਰੇ ਨੇ, ਇਹ ਕੋਈ ਗੱਲਾਂ ਨੇ। ਇਸ ਤਰ੍ਹਾਂ ਨਾ ਕਰੋ। ਹਰਿਆਣੇ ਵਾਲੇ ਨੂੰ ਮੈਂ ਕਹਿਣਾ ਕਿ ਅਸੀਂ ਤੁਹਾਡੇ ਘਰ ਆਏ ਹਾਂ, ਤੁਹਾਡੇ ਬੂਹਾਂ ਦੇ ਉੱਤੇ ਆ ਕੇ ਬੈਠੇ ਹਾਂ, ਤਾਂ ਤੁਸੀਂ ਦੇਖੋ ਸਾਡੇ ਵੀਰ ਨੇ ਪੰਜਾਬ ਦੇ ਸਾਡੇ ਕੋਲ ਆਏ ਨੇ, ਸਾਡੇ ਇੱਥੇ ਕੋਲ ਬੈਠੇ ਨੇ, ਸਾਡੇ ਆ ਕੇ ਸਾਡਾ ਫਰਜ਼ ਇਹਨਾਂ ਗੱਢ ਕੇ ਮਦਦ ਕਰਨੀ। ਉਹ ਫਿਰ ਪਿੰਡ ਵਾਲਾ ਤੋਂ ਪੁੱਛਿਆ ਗਿਆ, ਉੱਥੋਂ ਰਾਤ ਹੀ ਸਾਡੇ ਬੰਦਿਆਂ ਸਾਡੇ ਪਿੰਡ, ਉਹ ਕਹਿੰਦਾ ਸਾਡਾ ਤਾਂ ਬੰਦਾ ਇਹਨਾਂ 'ਚ ਇੱਕ ਵੀ ਨਹੀਂ ਸੀ। ਇਹ ਜਿੰਨਾ ਹਜੂਮ ਇਕੱਠਾ ਕਰਕੇ ਲੈਣ, ਪਤਾ ਨਹੀਂ ਗੌਰਮੈਂਟ ਕਿੱਥੋਂ ਲਾਏ ਨੇ ਪੁਲਿਸ ਵਾਲੇ, ਤੇ ਆ ਕੇ ਸਾਡੇ ਉੱਥੇ ਕਿਸਾਨਾਂ ਦੇ ਗਲ ਪਵਾਤੇ, ਉਹਨਾਂ ਨੂੰ ਉਹ ਜਲੀਲ ਕੀਤਾ। ਮੈਂ ਦੇਖਿਆ ਬਜ਼ੁਰਗ, ਉਹ ਦੇਖਿਆ ਛੋਟੇ ਬਜ਼ੁਰਗ, ਉਹਨਾਂ ਨੂੰ ਧੱਕੇ ਮਾਰ ਕੇ ਇੱਕ ਬਜ਼ੁਰਗ ਪਿੱਛੇ ਡਿੱਗਾ, ਉੱਠ ਕੇ ਇੱਕ ਡਾਲਾ ਫਿਰ ਉਹਦੇ ਸਿੱਟਿਆ ਉਹਨੇ। ਨਹੀਂ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਗੌਰਮੈਂਟ ਨੂੰ ਕਿਸੇ ਨਾ ਕਿਸੇ ਗੱਲ ਤੇ ਹੋਣਾ ਚਾਹੀਦਾ। ਅਤੇ ਇਹ ਸਾਡਾ ਇੱਕ ਗੱਲ ਹੈ, ਇੱਕ ਪੰਜਾਬੀਆਂ ਦੀ ਇੱਕ ਗੱਲ ਹੈ, ਸਾਡੀ ਸਿਰੜ ਹੈ। ਅਸੀਂ ਜਿਨ੍ਹਾਂ ਦੇ ਕਾਲੇ ਕਾਨੂੰਨ ਖਤਮ ਨਹੀਂ ਹੁੰਦੇ, ਅਸੀਂ ਪਿੱਛੇ ਨਹੀਂ ਹਟਾਂਗੇ। ਅੱਜ ਪਿੰਡਾਂ ਦੇ ਵਿੱਚ ਮਤੇ ਪੈ ਰਹੇ ਨੇ ਵੀ ਚਲੋ ਉੱਥੇ ਚੱਲ ਕੇ ਚਲੋ। ਅਸੀਂ ਹੁਣ ਪਿੰਡਾਂ ਦੇ, ਮੈਂ ਵੀ ਉੱਥੇ ਹਾਂ, ਮੇਰੀ ਜ਼ਿੰਮੇਵਾਰੀ ਆ, ਮੈਂ ਮੀਤ ਪ੍ਰਧਾਨ ਵੀ ਆ ਕਾਇਦਾ, ਲੇਕਿਨ ਇਹ ਸਾਡੀ ਜ਼ਿੰਮੇਵਾਰੀ ਹੈ। ਅਸੀਂ ਜਦੋਂ ਵੀ ਬੱਚਿਆਂ ਨੂੰ ਇੱਥੋਂ ਘੱਲਦੇ ਹਾਂ, ਉਹਨਾਂ ਨੂੰ ਕਹਿੰਦਾ ਵੀ ਕਿਸੇ ਗੱਲ ਤੇ ਕੋਈ ਹਿੰਸਾ ਤੇ ਨਹੀਂ ਉਤਰਨਾ, ਹੱਥ ਖੜਾ ਨਹੀਂ ਕਰਨਾ। ਜੇ ਤੁਹਾਨੂੰ ਲਾਠੀ ਡਾਂਗੂ ਮਾਰਦਾ ਤੇ ਤੁਸੀਂ ਪਿੱਛੇ ਹਟ ਕੇ ਟਰਾਲੀ 'ਚ ਵੜ ਜਾਓ, ਉਹਨੂੰ ਕਹੋ ਨਾ ਬਈ ਅਸੀਂ ਇਸ ਗੱਲ ਨਹੀਂ ਚਾਹੁੰਦੇ। ਤੇ ਜੇ ਫਿਰ ਸਾਨੂੰ ਇਸ ਤਰ੍ਹਾਂ ਸਾਨੂੰ ਆ ਘਰ ਆਇਆਂ ਨੂੰ ਕੁੱਟਦੇ ਨੇ, ਸਾਨੂੰ ਘਰ ਆਇਆਂ ਨੂੰ ਮਾਰਦੇ ਨੇ, ਦੱਸੋ ਅਸੀਂ ਕਿਸ ਪਾਸੇ ਜਾਈਏ? ਕੋਈ ਸਾਡੇ ਕੋਲ ਹੋਰ ਚਾਰਾ ਹੀ ਨਹੀਂ। ਅਸੀਂ ਕਿਸੇ ਪਾਸੇ ਨੂੰ ਜਾਈਏ ਤਾਂ ਸਾਨੂੰ ਆ ਘਰ ਆਏ ਨੂੰ ਕੁੱਟਦੇ ਨੇ। ਅਸੀਂ ਤਾਂ ਇੱਕ ਫਰਿਆਦੀ ਹੋ ਕੇ ਤੁਹਾਡੇ ਦਰ ਦੇ ਉੱਤੇ ਆਉਂਦੇ ਹਾਂ ਵੀ ਸਾਡੀ ਫਰਿਆਦ ਸੁਣ ਲਓ ਤੇ ਸਾਡੇ ਜਿਹੜੇ ਕਾਲੇ ਕਾਨੂੰਨ ਨੇ ਖਤਮ ਕਰ ਦਿਓ, ਤੇ ਸਾਨੂੰ ਕਿਸਾਨੀ ਨੂੰ ਨਾ ਮਾਰੋ। ਇਹ ਜਿਹੜਾ ਇਹ ਅਹਿਮਦ ਸ਼ਾਹ ਦਰਾਨੀ ਵਾਲਾ ਜਿਹੜਾ ਸਾਡੇ ਰਵੱਈਆ ਵਰਤਦਾ, ਉਹ ਪਹਿਲਾਂ ਇੱਕ ਖਾਨ ਹੈ, ਬਾਅਦ ਖਾਧਾ ਪੀਤਾ ਲਾਹ ਦਾ ਤੇ ਵਾਧਾ ਅਹਿਮਦ ਸ਼ਾਹ ਦਾ। ਉਹ ਜਿੰਨਾ ਵੀ ਦੁਨੀਆ ਵਿੱਚ ਪੰਜਾਬ ਦੇ ਵਿੱਚੋਂ ਲੁੱਟ ਕੇ ਹਿੰਦੁਸਤਾਨ 'ਚ ਲੈ ਜਾਂਦਾ ਹੁੰਦਾ ਸੀ, ਤੇ ਸਾਰਾ ਵੇੜੇ ਉਹ ਤੋਂ ਲਕਾ ਲਗੂ ਕੇ ਅਸੀਂ ਦਾਣੇ ਰੱਖਦੇ ਹੁੰਦੇ ਸੀ। ਇਹੀ ਸਾਡਾ ਵਰਤਾ ਇਹ ਬੀਜੇਪੀ ਸਰਕਾਰ ਸਾਡੇ ਨਾਲ ਕਰਨਾ ਚਾਹੁੰਦੀ ਹੈ ਕਿ ਸਾਰਾ ਰੋਲ ਕੇ ਉਹਨਾਂ ਪੂੰਜੀਪਤੀਆਂ ਨੂੰ ਦੇ ਦੇਗੀ, ਉਹ ਸਾਰਾ ਰਵਾਲ ਕੇ ਉੱਥੇ ਇਕੱਠਾ ਕਰ ਲੂਗੀ। ਇਹ ਮੋਦੀ ਸਾਹਿਬ ਨੂੰ ਉੱਥੇ ਗੁਜਰਾਤ ਦਾ ਮੁੱਖ ਮੰਤਰੀ ਵੀ ਰਿਹਾ ਹੈ, ਇਹਨੂੰ ਉੱਥੇ 40 ਰੁਪਏ ਕਿਲੋ ਆਟਾ ਉੱਥੇ ਵੇਚ ਰਿਹਾ। ਤੇਰੀ ਐਮਸੀ ਉੱਥੇ ਕਿੱਥੇ ਗਈ ਹੈ? ਕੀ ਉੱਥੇ ਲੋਕੀ ਇੰਨੇ ਦੁਖੀ ਨੇ? ਉੱਥੇ ਤੇਰਾ ਹੀ ਰਾਜ ਹੈ, ਉੱਥੇ ਤੁਹਾਡੀ ਆ। ਦੇਖੋ ਕੀ ਉੱਥੇ ਹੋ ਰਿਹਾ। ਇਹੀ ਕੋਈ ਸਾਡੇ ਨਾਲ ਇੱਥੇ ਕਰਨਾ ਚਾਹੁੰਦੇ ਨੇ। ਸਾਡੇ ਨਾਲ ਸਾਡੇ ਜਿੰਨੇ ਕਿਸਾਨ ਮਜ਼ਦੂਰ, ਸਾਡੇ ਯੂਪੀ ਵਾਲੇ ਸਾਡੇ ਵੀਰ, ਸਾਰੇ ਹੋਰ ਹਰਿਆਣੇ ਵਾਲੇ ਵੀਰ, ਸਾਡੇ ਹੋਰ ਸਾਰੇ ਸਾਡੇ ਨਾਲ ਰਲੇ ਹੋਏ ਨੇ। ਅਸੀਂ ਤਾਂ ਹੁਣ ਪਿੱਛੇ ਨਹੀਂ ਮੁੜਾਂਗੇ। ਸਾਨੂੰ ਇਹਨਾਂ ਮਾਰਨਾ, ਸਾਨੂੰ ਦੇਦਾ, ਸਾਨੂੰ ਮਾਰਨ ਕੁੱਟਣ ਜੋ ਮਰਜ਼ੀ ਕਰਨ, ਅਸੀਂ ਤੇ ਬਾਹਾਂ ਨਹੀਂ ਖੜੀਆਂ ਕਰਦੇ। ਅਸੀਂ ਤਾਂ ਖੜ ਕੇ ਇਹਨਾਂ ਦੀ ਡਾਂਗਾ ਖਾਂਦੇ ਹਾਂ, ਪਰ ਇਹਨਾਂ ਨੂੰ ਇਸ ਤਰ੍ਹਾਂ ਚਾਹੀਦਾ ਨਹੀਂ ਸਾਡੇ ਨਾਲ ਕਰਨਾ। ਅਸੀਂ ਕਿਸਾਨ ਆ, ਇਹਨਾਂ ਦੇ ਬੂਹੇ 'ਤੇ ਆ ਕੇ ਬੈਠੇ ਹਾਂ, ਇਹਨਾਂ ਦੇ ਹੱਥ ਜੋੜਦੇ ਹਾਂ ਵੀ ਸਾਡਾ ਇਹ ਮਸਲੇ ਜਿਹੜੇ ਹੱਲ ਕਰ ਦਿਓ। ਅਗਰ ਜੇ ਇਸ ਤਰ੍ਹਾਂ ਰੱਖਣਗੇ, ਇਹ ਪਤਾ ਨਹੀਂ ਫਿਰ ਜਿਹੜਾ ਕੰਮ ਇਹ ਜਿਹੜੇ ਸਾਡੇ ਨਾਲ ਕਰਦੇ ਨੇ, ਅਸੀਂ ਹੁਣ ਲੰਮੇ ਕੁੱਟ ਥੋੜ੍ਹਾ ਖਾਈ ਜਾਣੀ ਹੈ। ਇਹਦਾ ਜਿਹੜਾ ਸਬਰ ਦਾ, ਇਹਦਾ ਵੀ ਕੋਈ ਸੰਤੋਖ ਦਾ ਵੀ ਕੋਈ ਬੰਨਾ ਹੁੰਦਾ, ਕੋਈ ਹੱਦ ਹੁੰਦੀ ਹੈ ਵੀ ਇੰਨਾ ਚਿਰ ਅਸੀਂ ਸਬਰ ਰੱਖਾਂਗੇ। ਮੈਂ ਅਪੀਲ ਕਰਦਾ ਮੁੜ ਕੇ ਫਿਰ ਵੀ ਆਖਰ ਵਿੱਚ ਇਹੀ ਅਪੀਲ ਕਰਦਾ ਸਰਕਾਰ ਨੂੰ ਵੀ ਇਹਨਾਂ ਸਾਡੇ ਵੀਰਾਂ ਦੀ ਗੱਲ ਸੁਣੋ, ਤੇ ਸਾਡਾ ਜਿਹੜਾ ਕੰਮ ਹੈ ਇਹ ਜ਼ਰੂਰ ਇਹ ਸੁਣ ਕੇ ਤੇ ਇਹਦਾ ਫੈਸਲਾ ਕਰ ਦਿਓ। ਤੁਸੀਂ ਆਪਣੇ ਰਾਜ ਕਰੋ ਤੇ ਅਸੀਂ ਆਪਣੇ ਘਰ ਆਪਣੇ ਕਮਾਈਏ। ਸਾਡੇ ਤੇ ਫਸਲ ਪਿੱਛੇ ਬਰਾਦ ਹੋ ਰਹੇ ਨੇ। ਇੰਨੀ ਬੇਨਤੀ ਕਰਦਾ ਮੈਂ ਖਿਮਾ ਦਾ। ਇੱਕ ਸਾਨੂੰ ਐਂ ਦੱਸੋ, ਸਿੰਘੂ ਬਾਰਡਰ ਤੇ ਹੁਣ ਕੀ ਸਥਿਤੀ ਕੀ ਹੈ? ਸਿੰਘੂ ਬਾਰਡਰ ਦੇ ਇਹਨਾਂ ਨੇ ਹੁਣ 2 ਕਿਲੋਮੀਟਰ ਪਿੱਛਾ ਬੈਰੀਅਰ ਲਾਤਾ ਹੈ। ਮੈਂ ਦੇਖਿਆ ਮੀਡੀਆ ਰਾਤ ਦੇਖਣਾ, 2 ਕਿਲੋਮੀਟਰ ਪਿੱਛਾ ਬੈਰੀਅਰ ਲਾਤਾ। ਮੈਨੂੰ ਇਹ ਦਿਖਦਾ ਹੈ ਕਿ ਸਾਡੇ ਆਈ ਟਰਾਲੀਆਂ ਗਈਆਂ ਨੇ। ਇਹ ਦੇਖੋ ਵੀ ਉਹਨਾਂ ਟਰਾਲੀਆਂ ਨੂੰ ਪਿੱਛੇ ਰੋਕਦੇ ਨੇ, ਉਹਨਾਂ ਨੂੰ ਅੱਗੇ ਜਾਣ ਦਿੰਦੇ ਨੇ ਕਿ ਨਹੀਂ ਜਾਣ ਦਿੰਦੇ। ਅਗਰ ਜੋ ਉੱਥੇ ਸਥਿਤੀ ਜਿਹੜੀ ਹੈ ਤਣਾਅਪੂਰਨ ਹੈ, ਤਣਾਅਪੂਰਨ ਇਸ ਤਰ੍ਹਾਂ ਵੀ ਇਹਨਾਂ ਜ਼ਿਮੀਂਦਾਰਾਂ ਨੂੰ ਸਾਡੇ ਨੂੰ ਬਹੁਤ ਤੰਗ ਕੀਤਾ ਹੈ, ਅਤੇ ਉਹਨਾਂ ਨੂੰ ਸੁੱਤਿਆਂ ਪਿਆਂ ਨੂੰ, ਉਹਨਾਂ ਨੂੰ ਉੱਥੇ ਬੈਠਿਆਂ ਨੂੰ ਇਹਨਾਂ ਨੇ ਉੱਥੇ ਕੁੱਟਿਆ, ਉਹਨਾਂ ਦੇ ਡਾਂਗਾਂ ਮਾਰੀਆਂ, ਬਜ਼ੁਰਗਾਂ ਨੂੰ ਸੱਟਾਂ ਲੱਗੀਆਂ ਨੇ, ਹੋਰ ਸੱਟਾਂ ਲੱਗੀਆਂ, ਨਾਲੇ ਸਾਡੇ ਬੰਦੇ ਗ੍ਰਿਫਤਾਰ ਕਰਕੇ ਵਿੱਚੋਂ ਲੈ ਗਏ ਨੇ। ਇਹ ਸਾਰਾ ਜਿਹੜੀ ਮਿਲੀ ਭੁਗਤ ਜਿਹੜੀ ਆ ਨਾ, ਇਹ ਪੁਲਿਸ ਦੀ ਨਾਲ, ਇਹ ਪੁਲਿਸ ਨਾਲ ਹੋ ਕੇ ਉਹਨਾਂ ਬੰਦਿਆਂ ਨੂੰ ਸੱਦ ਕੇ ਤੇ ਸਾਡਾ ਇਹ ਹਾਲ ਹੱਦ ਕਰਨਾ ਚਾਹੁੰਦੀ ਹੈ, ਸਾਨੂੰ ਜਲੀਲ ਕਰਨਾ ਚਾਹੁੰਦੀ ਹੈ। ਪਰ ਹੁਣ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ। ਅਗਰ ਜੇ ਸਾਡੇ ਉੱਤੇ ਕਿਸੇ ਵਾਰ ਦੇ ਕੀਤਾ
ਤੇ ਅਸੀਂ ਉਹ ਵਾਰ ਦਾ ਜਵਾਬ ਜ਼ਰੂਰ ਦਿਆਂਗੇ, ਭਾਵੇਂ ਖਾਲੀ ਹੱਥਾਂ ਨਾਲ ਦਈਏ, ਉਹਨਾਂ ਨੂੰ ਜਾ ਕੇ ਪਿੱਟੀਏ, ਉਹਨਾਂ ਨੂੰ ਫੜ ਕੇ ਬੰਨ੍ਹ ਕੇ ਤੇ ਉੱਥੇ ਉਹਨਾਂ ਲੱਗ ਵੀ ਆ ਲੈ ਜਾਓ, ਆਪ ਤੁਹਾਡੇ ਬੰਦੇ ਨੇ ਸਾਨੂੰ ਮਾਰ ਰਹੇ ਨੇ, ਇਹਨਾਂ ਨੂੰ ਸਾਂਭੋ। ਇਹ ਸਾਡਾ ਕੋਲ ਤਾਂ ਇਹੀ ਹੈ, ਪਰ ਇਹ ਸਰਕਾਰ ਨੂੰ ਚਾਹੀਦਾ, ਸਥਿਤੀ ਉੱਥੇ ਗੰਭੀਰ ਹੈ, ਬੜੀ ਉੱਥੇ ਨਾਜ਼ੁਕ ਹੈ, ਸਾਨੂੰ ਇਸ ਤਰ੍ਹਾਂ ਜਲੀਲ ਕਰ ਰਹੇ ਨੇ। ਸਾਡੇ ਉੱਥੇ ਪਾਣੀ ਲੰਗਰ ਉੱਥੇ ਜਾਣ ਨੂੰ ਮੈਂ ਪੀਤਾ, ਸਾਡੇ ਰਾਤ ਵੀ ਆਏ ਨੇ ਬੰਦੇ, ਕਹਿੰਦਾ ਉੱਥੇ ਲੰਗਰ ਟਰਾਲੀਆਂ ਨੂੰ ਰੋਕਦੇ ਨੇ, ਲੰਗਰ ਨਹੀਂ ਅੱਗੇ ਜਾਣ ਦਿੰਦੇ, ਕਈ ਬਿਜਲੀ ਬੰਦ ਕਰ ਦਿੰਦੇ ਨੇ। ਸਾਡੇ ਉੱਥੇ ਜਿਹੜੇ ਇਕਾਈਆਂ ਨੇ ਉਹਨਾਂ ਨੂੰ ਇਹ ਤੰਗ ਕਰ ਰਹੇ ਨੇ। ਸੋ ਮੈਂ ਇਹ ਜਿਹੜੀਆਂ ਕੁਝੀਆਂ ਹਰਕਤਾਂ ਨੇ ਸਰਕਾਰ ਦੀਆਂ, ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਤੇ ਅਸੀਂ ਇਹਨੂੰ ਸਹਿਣ ਨਹੀਂ ਕਰਾਂਗੇ। ਅਸੀਂ ਫਿਰ ਨਾ ਕੁਝ ਹੋਇਆ ਤੇ ਅਸੀਂ ਫਿਰ ਜਿਵੇਂ ਉਹ ਸਾਰਾ ਪੰਜਾਬ ਹੀ ਸਾਰਾ ਉੱਥੇ ਚੱਲਾਂਗੇ, ਯੂਪੀ ਉੱਥੇ ਚੱਲਾਂਗੇ, ਉੱਥੇ ਜਾ ਕੇ ਦਿੱਲੀ ਦੇ ਗਲੀਆਂ 'ਚ ਵੜ ਕੇ ਪਿੱਟਾਂਗੇ ਇਹਨੂੰ, ਸਾਡਾ ਫੈਸਲਾ ਕਰੋ। ਇੰਨੀ ਕੁਝ ਜਾਂਦਾ ਕਿ ਕਾਫੀ ਨੌਜਵਾਨ ਗ੍ਰਿਫਤਾਰ ਕੀਤੇ ਗਏ ਨੇ ਉੱਥੇ, ਮੋਗੇ ਜ਼ਿਲ੍ਹੇ ਦੇ ਵੀ ਕਾਫੀ ਨੌਜਵਾਨ ਨੇ ਉਹਦੇ ਵਿੱਚ, ਉਹਨਾਂ ਦੀ ਫਿਰ ਉਹਨਾਂ ਨੂੰ ਕੈਦ ਦੇ ਵਿੱਚੋਂ, ਪੁਲਿਸ ਦੀ ਕੈਦ ਦੇ ਵਿੱਚ ਛਡਵਾਉਣ ਦੇ ਲਈ ਕੀ ਹੱਥਕੰਡਾ ਅਪਣਾਇਆ ਜਾਵੇ, ਕਿਵੇਂ ਗੱਲਬਾਤ ਅੱਗੇ ਤੁਰੇ, ਕਿਵੇਂ ਇਹ ਗੱਲਾਂ ਸਾਹਮਣੇ ਆਉਣ ਕਿ ਵੀ ਕਿੰਨੇ ਕੁ ਨੌਜਵਾਨ ਸਾਡੇ ਫੜੇ ਹੋਏ ਨੇ। ਅੱਗੇ ਤਾਂ ਸਾਡਾ ਮੁੱਦਾ ਸੀ 3 ਕਾਨੂੰਨ ਕਾਲੇ ਖਤਮ ਕਰ ਦਿਓ, ਇੱਕ ਸਾਡੇ ਦੋ ਮੁੱਦੇ ਹੋਰ ਨਾਲ ਜੁੜ ਗਏ। ਉਹ ਮੁੱਦੇ ਸਾਡੇ ਜੁੜੇ ਨੇ ਵੀ ਜੇ ਸਾਡੇ ਨਾਲ ਇਹਨਾਂ ਜ਼ਬਰਦਸਤੀ ਇਸ ਤਰ੍ਹਾਂ ਕੀਤੀ ਹੈ, ਕਿਉਂ ਕੀਤੀ ਹੈ, ਇਹਨੂੰ ਜਿਹੜੇ ਸਾਡੇ ਬੱਚੇ, ਸਾਡੇ ਨੌਜਵਾਨ, ਇਹਨਾਂ ਨੂੰ ਬਗੈਰ ਕਿਸੇ ਗੱਲ ਤੋਂ ਗ੍ਰਿਫਤਾਰ ਕਰਕੇ ਉਹਨਾਂ ਦਾ ਪਤਾ ਨਹੀਂ ਦੱਸ ਰਹੇ ਹਾਲੀ ਵੀ ਇਹ ਕਿੱਥੇ ਨੇ, ਵੀ ਇਹਨਾਂ ਨੇ ਕਿੱਥੇ ਸਿੱਟੇ ਨੇ। ਉਹਨਾਂ ਦਾ ਉਹ ਇੱਕ ਇਹ ਜਿਹੜਾ ਜਿੰਨੇ ਵੀ ਕੇਸ ਉੱਤੇ ਸਾਡੇ ਜ਼ਿਮੀਂਦਾਰਾਂ ਉੱਤੇ ਬਣੇ ਨੇ, ਉਹ ਕੇਸ ਵਾਪਸ ਲੈਣ ਤੇ ਸਾਡੇ ਨੌਜਵਾਨ ਬੱਚੇ ਜਿਹੜੇ ਉੱਥੇ ਗਏ ਸਨ, ਕਿਉਂਕਿ ਅੱਜ ਕੱਲ੍ਹ ਨੌਜਵਾਨ ਨੇ। ਹੁਣ ਮੈਂ ਬਜ਼ੁਰਗ ਹਾਂ, ਮੈਨੂੰ ਇਸ ਗੱਲ ਤੇ ਮੈਂ ਕੁਝ ਨਹੀਂ ਕਰ ਸਕਦਾ, ਮੈਨੂੰ ਇਸ ਗੱਲ ਤੇ ਗੁੱਸਾ ਆਉਂਦਾ ਵੀ ਇਹ ਕੀ ਕਰ ਰਹੇ ਸਾਡੇ। ਤਾਂ ਬੱਚੇ ਜਿਹੜੇ ਉਹਨਾਂ ਦਾ ਜਜ਼ਬਾਤ ਹੈ, ਉਹ ਜਜ਼ਬਾਤ, ਅਗਰ ਜੇ ਬੱਚੇ ਨੇ ਕਿਸੇ ਨੇ ਗਲਤੀ ਕੀਤੀ ਵੀ ਹੈ ਤਾਂ ਜਿਹੜਾ ਨਾ ਇੱਕ ਬਾਣੀ ਦਾ ਕਰ ਆਉਂਦਾ, ਸੁੱਤ ਬਰਾਧ ਕਰਦਾ ਹੈ ਜੇਤੇ ਜਰਨੀ ਚੀਤ ਨਾ ਰਾਖਸ ਤੇਤੇ। ਕਿਉਂਕਿ ਸਾਰਾ ਦਿਨ ਬੱਚਾ ਜਿਹੜਾ ਮਾੜੇ ਕੰਮ ਕਰਦਾ ਰਹਿੰਦਾ, ਉਹ ਮਾਂ-ਬਾਪ ਨੂੰ ਸਤਾਉਂਦਾ ਰਹਿੰਦਾ, ਅਖੀਰ ਨੂੰ ਰਾਤ ਨੂੰ ਜਦੋਂ ਸੌਣ ਲੱਗਿਆ ਮਾਂ ਕੁੱਟ ਕੇ ਆਪਣੀ ਛਾਤੀ ਨਾਲ ਬੱਚੇ ਨੂੰ ਲਾ ਲੈਂਦੀ ਹੈ, ਉਹਨੂੰ ਬੱਚੇ ਨੂੰ ਛਾਤੀ ਨਾਲ ਆਪਣੇ ਨਾਲ ਲਾ ਲੈਂਦੀ। ਉਹ ਸਾਰੇ ਉਹਦੇ ਜਿਹੜੇ ਸਾਰੇ ਦਿਨ ਦੇ ਕੀਤੇ ਹੁੰਦੇ ਨੇ ਅਪਰਾਧ ਉਹਦੇ ਮਾਫ ਕਰ ਦਿੰਦੀ। ਇਸ ਤਰ੍ਹਾਂ ਇਹਨਾਂ ਨੂੰ ਚਾਹੀਦਾ ਜੇ ਅਗਰ ਜੇ ਬੱਚੇ ਕੋਈ ਬਤਾ ਵੀ ਗਏ ਨੇ, ਕੋਈ ਗੁੱਸੇ 'ਚ ਆ ਵੀ ਗਏ ਨੇ, ਅਸੀਂ ਅੱਬਲ ਤਾਂ ਸਾਡੇ ਜ਼ਿਮੀਂਦਾਰਾਂ ਨੇ ਉੱਥੇ ਕੋਈ ਗੱਲ ਹਿੰਸਾ ਕੀਤੀ ਨਹੀਂ, ਅਸੀਂ ਇਹ ਝੰਡੇ ਦਾ ਸਤਿਕਾਰ ਕਰਦੇ ਹਾਂ। ਇੱਕ ਹੋਰ ਮੈਂ ਗੱਲ ਦੱਸਾਂ ਇਹਨਾਂ ਨੂੰ, ਇਹ ਜਿਹੜਾ ਝੰਡਾ ਸਾਡੀ ਬੇਅਦਬੀ ਹੋਈ ਹੈ, ਇਹਨਾਂ ਨੂੰ ਬੰਦਾ ਪੁੱਛੇ ਜਿਹੜਾ ਲਾਲ ਪੀਲਾ ਝੰਡਾ ਉਹਦੇ ਉੱਤੇ ਪੀਲਾ ਸਾਡਾ ਨਿਸ਼ਾਨ ਸਾਹਿਬ, ਉਸ ਝੰਡੇ ਦੇ ਉੱਤੇ ਅਸੀਂ ਉਹਦੇ ਹੱਕਦਾਰਾਂ ਨਾਲ ਅਸੀਂ ਉਹਦਾ ਕਿਵੇਂ ਅਪਮਾਨ ਕਰ ਸਕਦੇ ਹਾਂ। ਫਿਰ ਉਹ ਸਾਡਾ ਜਿਹੜਾ ਪੀਲਾ ਝੰਡਾ ਇੱਥੇ ਵੀ ਲੱਗਾ, ਉਹ ਜਿਹੜਾ ਉੱਤੇ ਚਾੜਿਆ ਗਿਆ, ਉਹਦੇ ਗਰੀਬਾਂ ਨੂੰ ਵਾਜਾਂ ਮਾਰਦਾ ਵੀ ਆ ਜਾਓ ਬਈ ਗਰੀਬ ਗੁਰਬੇ ਜਿਹੜੇ, ਆਓ ਰੋਟੀ ਖਾਓ, ਆਓ ਇੱਥੇ ਲੰਗਰ ਛਕੋ, ਆਓ ਤੁਹਾਡੀ ਅਸੀਂ ਸਹਾਇਤਾ ਕਰੀਏ। ਉਹ ਬੁਰਾ ਕਿਵੇਂ ਬਣਾ ਸਕਦੇ ਆ। ਲੇਕਿਨ ਇਹ ਕਹਿੰਦੇ ਸੀ ਖਾਲਿਸਤਾਨ, ਸਾਡਾ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਵੀ ਤਾਂ ਖਾਲਿਸਤਾਨ ਹੀ ਸੀ। ਉਹ ਫਕੀਰ ਜੀ ਜਾਨ ਉਹਦਾ ਵਿਦੇਸ਼ ਮੰਤਰੀ ਸੀ, ਬੜੇ ਜਗ੍ਹਾ ਲਖਪਤ ਰਾਏ ਉਹਨਾਂ ਦਾ ਸੂਬਾ ਸੀ ਉਹਨਾਂ ਨੂੰ ਦਿੱਤੇ ਹੋਏ। ਉਹਨਾਂ ਨੇ ਕਿ ਖਾਲਿਸਤਾਨ ਸੀ, ਉਹ ਕਿ ਖਾਲਿਸਤਾਨ ਦਾ ਮਤਲਬ ਇਹ ਹੁੰਦਾ ਬੱਚਾ ਜਿਹੜਾ ਸਾਰੇ ਗੱਲਾਂ ਤੋਂ ਰਹਿਤ ਹੈ, ਧਰਮ ਨਿਰਪੱਖਤਾ ਹੈ, ਉਹਦੇ 'ਚ ਕੋਈ ਦੁਵੈਤ ਨਹੀਂ ਹੈ। ਉਹ ਸਾਰਿਆਂ ਨੂੰ ਇੱਕ ਨਜ਼ਰ ਦੇਖਦਾ, ਉਹ ਸਾਰਿਆਂ ਨਾਲ ਪਿਆਰ ਕਰਦਾ ਹੈ, ਉਹ ਸਾਰਿਆਂ ਨੂੰ ਆਪਣੇ ਜਿਹੜੀ ਰਾਜਾ ਆਪਣੀ ਪ੍ਰਜਾ ਨੂੰ ਸਾਡੇ ਬੱਚੇ ਸਮਝਦਾ ਹੈ, ਆਪਣੇ ਵੀਰ ਸਿੰਘ ਦਾ ਬਜ਼ੁਰਗਾਂ ਨੂੰ ਆਪਣੇ ਮਾਂ ਪਿਓ ਸਮਝਦਾ ਹੈ। ਉਹਨੂੰ ਕਹਿੰਦੇ ਨੇ, ਉਹ ਸਾਰਿਆਂ ਨਾਲ ਪਿਆਰ ਕਰਦਾ ਨਾ, ਤੇ ਉਹਨੂੰ ਕਹਿੰਦੇ ਨੇ ਖਾਲਿਸਤਾਨ। ਵੀ ਇਹ ਖਾਲਿਸਤਾਨ ਹੈ। ਇਹ ਬੰਦਾ ਜਿਹੜਾ ਫਿਰ ਆਕੀ ਹੈ ਕਿ ਹੋਰ ਸਾਡੇ ਇਤਰਾਜ਼ ਕਰਦੇ ਨੇ, ਆਕੀ ਰਹਿਣਾ ਕੋਈ। ਆਕੀ ਦਾ ਮਤਲਬ ਹੁੰਦਾ ਇਹ ਵੀ ਜਿਹੜਾ ਹੁਣੇ ਆਕੀ ਬਣੇ ਬੈਠੇ ਨੇ, ਇਹ ਹੁਣ ਆਕੀ ਬਣੇ ਬੈਠੇ ਕਿ ਨਹੀਂ, ਇਹ ਆਕੀ ਜਿਹੜੇ ਸਾਡੀ ਗੱਲ ਮੰਨ ਹੀ ਨਹੀਂ ਰਹੇ, ਕੋਈ ਪਰਵੇਲ ਦੀ ਗੱਲ ਮੰਨ ਹੀ ਨਹੀਂ ਰਹੇ, ਇਸ ਪਾਸੇ ਗੱਲ ਆਉਂਦੇ ਹੀ ਨਹੀਂ। ਇਹਨਾਂ ਨੂੰ ਆਕੀ ਰਿਹਾ ਵੀ ਉਹ ਜਦੋਂ ਖਾਲਸਾ ਰਾਜ ਹੁੰਦਾ, ਖਾਲਿਸਤਾਨ ਹੁੰਦਾ, ਉਹਦੇ ਆਕੀ ਹੋ ਕੇ ਕੰਮ ਇਸ ਤਰ੍ਹਾਂ ਨਹੀਂ ਕਰਦਾ ਬੰਦਾ। ਉਹ ਪਗਲ ਦੇ ਆਖੇ ਲੱਗਦਾ, ਪਗਲ ਦੀ ਮੰਨਦਾ ਅਤੇ ਪਗਲ ਨੂੰ ਪਿਆਰ ਕਰਕੇ ਆਪਣੇ ਗਲ ਨਾਲ ਲਾ ਲੈਂਦਾ ਅਤੇ ਉਹਨਾਂ ਦੀ ਚੜ੍ਹਦੀ ਕਲਾ ਵਿੱਚ ਕਾਮਨਾ ਕਰਦਾ ਕਿ ਹੇ ਮਹਾਰਾਜ ਇਹ ਸਾਰੇ ਤੇਰੇ ਹੀ ਅਸੀਂ ਅਤੇ ਤੇਰੇ ਬੱਚੇ ਆ ਅਤੇ ਤੂੰ ਇਹਨਾਂ ਨੂੰ ਰੱਖੀ। ਇਹ ਉਹਨੂੰ ਉਹਨਾਂ ਨੇ ਖਾਲਿਸਤਾਨ ਉਹਨੂੰ ਕਹਿੰਦੇ ਨੇ। ਇਹ ਖਾਲਿਸਤਾਨ ਇਹਨਾਂ ਥੋੜ੍ਹਾ ਕਿ ਵੀ ਇਹ ਸਾਡੇ ਤੇ ਮਰਦੇ ਨੇ, ਖਾਲਿਸਤਾਨ ਦੀ ਝੰਡਾ ਚੜ੍ਹਾਤਾ ਜ਼ੁਲਮ ਹੋ ਗਿਆ ਕੋਈ। ਅਤੇ ਹੁਣ ਤੁਸੀਂ ਜਿਵੇਂ ਸਰਕਾਰ ਵੀ ਕਾਫੀ ਸਖਤੀ ਕਰ ਚੁੱਕੀ ਹੈ ਉੱਥੇ, ਤੇ ਹੁਣ ਪਰ ਤੁਸੀਂ ਅੱਗੇ ਇਸ ਮਸਲੇ ਦਾ ਹੱਲ ਕਿਵੇਂ ਦੇਖਦੇ ਹੋ? ਅਸੀਂ ਇਹ ਮਸਲੇ ਦਾ ਹੱਲ ਹੀ ਕਰਨੇ ਆ। ਅਸੀਂ ਤਾਂ ਇਹੀ ਕਰਨੇ ਆ, ਸਰਕਾਰ ਨੂੰ ਇਹ ਕਹਿੰਦੇ ਆ ਵੀ ਤੁਸੀਂ ਬੈਠੋ, ਸਾਡੇ ਕਿਸਾਨ ਵੀਰ ਵੀ ਬੈਠਣਗੇ ਅਤੇ ਉੱਥੇ ਬੈਠਣਗੇ, ਉੱਥੇ ਬੈਠ ਕੇ ਉੱਤੇ ਮੇਜ਼ 'ਤੇ ਬੈਠ ਕੇ ਉਹਨਾਂ ਨੂੰ ਬੁਲਾਓ ਅਤੇ ਕਿਸਾਨ ਵੀਰ ਸਾਡੇ ਬਹੁਤ ਸਿਆਣੇ ਨੇ, ਸੂਝਵਾਨ ਨੇ, ਤਾਂ ਉਹ ਵੀ ਉੱਥੇ ਬੈਠਣਗੇ ਤਾਂ ਉਹਨਾਂ ਦੀ ਗੱਲ ਮੰਨ ਲਈ ਜਾਏ। ਜੋ ਮੋਦੀ ਸਾਹਿਬ ਕਹੇ ਨੇ ਵੀ ਆਓ ਗੱਲ ਕਰੋ, ਅਸੀਂ ਤੇ ਮੋਦੀ ਸਾਹਿਬ ਵੀ ਬੈਠਣ, ਸਾਡੇ ਪ੍ਰਧਾਨ ਮੰਤਰੀ ਬੈਠਣ ਵਿੱਚ, ਅਤੇ ਜਿਹੜੇ ਕਿਸਾਨ ਸਾਡੇ ਵੀਰ ਉੱਥੇ ਬੈਠੇ ਨੇ ਉਹ ਗੱਲ ਕਹਿੰਦੇ ਨੇ ਉਹ ਮੰਨ ਲਈ ਜਾਏ। ਅਤੇ ਜੇ ਕੋਈ ਮੈਂ ਤਾਂ ਇਹ ਗੱਲ ਕਹਿਣਾ ਵੀ ਉਹ ਮੈਂ ਅੱਗੇ ਪਹਿਲਾਂ ਵੀ ਗੱਲ ਕੀਤੀ ਹੈ, ਜੇ ਕੋਈ ਬੱਚੇ ਸਾਡੇ ਕੋਲ ਮਾੜਾ ਮੋਟਾ ਕੋਈ ਆਓ ਪ੍ਰਕਾਰ ਵੀ ਬੈਠੇ ਨੇ, ਕੋਈ ਖਾਸ ਗੱਲ ਨਹੀਂ ਹੈ, ਸਰਕਾਰ ਨੂੰ ਬਖਸ਼ ਦੇਣਾ ਚਾਹੀਦਾ, ਛੱਡ ਦੇਣਾ ਚਾਹੀਦਾ। ਅੜੀ ਸਰਕਾਰ ਨੂੰ ਵੀ ਛੱਡਣੀ ਚਾਹੀਦੀ ਹੈ ਕਿਉਂਕਿ ਉਹ ਸਾਡੇ ਮਾਂ ਬਾਪ ਵਰਗੇ ਨੇ, ਹਾਂਜੀ। ਅਗਰ ਜੋ ਅੜੀ ਛੱਡ ਜਾਂਦੀ ਹੈ ਤਾਂ ਸਾਨੂੰ ਇਹ ਆਪਣੀ ਪਗਲ ਨੂੰ ਆਪਣੇ ਬੱਚਿਆਂ ਤਰ੍ਹਾਂ ਸਮਝਦੀ ਹੈ ਅਤੇ ਇਹਨਾਂ ਨੂੰ ਮਾਫ ਕਰ ਦੇ, ਸਾਰੇ ਖੁਸ਼ ਹੋ ਜਾਣਗੇ, ਸਰਕਾਰ ਵੀ ਖੁਸ਼ੀ ਹੋ ਜਾਏਗੀ, ਅਸੀਂ ਵੀ ਖੁਸ਼ ਹੋ ਜਾਵਾਂਗੇ, ਚੜ੍ਹਦੀ ਕਲਾ ਹੋ ਜਾਏਗੀ। ਧੰਨਵਾਦ।
ਸਾਡੇ ਨਾਲ ਟੋਲ ਪਲਾਜ਼ਾ ਜਦੋਂ ਕਿਸਾਨ ਮੌਜੂਦ ਸੀ, ਧਰੇੜੀ ਜੱਟਾਂ ਟੋਲ ਪਲਾਜ਼ਾ, ਜਦੋਂ ਪਟਿਆਲੇ ਤੋਂ ਮੇਨ ਹਾਈਵੇ ਤੋਂ ਰਾਜਪੁਰੇ ਵੱਲ ਨੂੰ ਜਾਂਦੇ ਆ, ਉਸ ਰੋਡ ਦੇ ਉੱਤੇ ਇਹ ਟੋਲ ਪਲਾਜ਼ਾ। ਕਿਸਾਨਾਂ ਦਾ ਕਹਿਣਾ ਕਿ ਸਰਕਾਰ ਨੂੰ ਇਹ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਨੇ। ਇਹ ਸਾਡੀ ਖੇਤੀ ਤੇ ਪੰਜਾਬ ਦੀ ਇਕਨੋਮੀ ਤੇ ਇੱਕ ਵੱਡੀ ਸੱਟ ਹੈ, ਜੋ ਪੰਜਾਬ ਨੂੰ ਇਹ ਨਿਘਾਰ ਵੱਲ ਲੈ ਕੇ ਜਾਣਗੇ, ਪੰਜਾਬ ਦੀ ਖੇਤੀ ਨੂੰ ਨਿਘਾਰ ਵੱਲ ਲੈ ਕੇ ਜਾਣਗੇ। ਉਹ ਖੇਤੀ ਜਿਹਨੂੰ ਕਰਨ ਵਾਲੇ ਕਿਸਾਨ ਹੁਣ ਖੁਦਕੁਸ਼ੀਆਂ ਦੇ ਰਾਹ ਪਾਏ ਹੋਏ ਨੇ ਤੇ ਦਿੱਲੀ ਆਪਣੀ ਹੋਂਦ ਬਚਾਉਣ ਦੀ ਉਹ ਲੜਾਈ ਲੜ ਰਹੇ ਨੇ। ਜੋ ਅਪਡੇਟ ਹੋਊਗੀ ਕਿਸਾਨੀ ਮਸਲੇ ਤੇ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਪੰਜਾਬੀ ਡਾਕ ਤੇ। ਕੈਮਰਾਮੈਨ ਜਤਿੰਦਰ ਦੇ ਨਾਲ ਮੈਂ ਗੁਰਜਿੰਦਰ ਸਿੰਘ।